ਜਾਨ ਟਰੈਕਟਰ ਡਿਲੈਕਸ ਲਿਆ ਹੈ ਤੇ ਮੈਂ ਤਾਂ ਹਰ ਇੱਕ ਭਰਾ ਨੂੰ ਇਹ ਮਸ਼ਵਰਾ ਦਿਆਂਗਾ। ਅਸੀਂ ਤਾਂ ਫਸ ਗਏ ਤੇ ਤੁਸੀਂ ਨਾ ਫਸੋ। ਬਿਲਕੁਲ ਫਜ਼ੂਲ ਆਈਟਮ ਹੈ। ਮੈਨੂੰ ਸਮਝ ਨਹੀਂ ਆਉਂਦੀ ਵੀ ਕੰਪਨੀ 8 ਲੱਖ ਰੁਪਈਆ ਕਾਹਦਾ ਵੱਧ ਮਤਲਬ ਕਿ ਡਿਲੈਕਸ ਜਿਹੜਾ ਉਹ ਬਿਲਕੁਲ ਹੀ ਪਹਿਲੇ ਹੱਥੋਂ ਤਾਂ ਇੰਜਨ ਦੇ ਹੱਥੋਂ ਫਲਾਪ ਹੋਇਆ। ਇੰਜਨ ਤੋਂ ਅਸੀਂ ਇਹਦਾ ਟੋਟਲ ਇੰਜਨ ਚੇਂਜ ਕੀਤਾ 5,30,000 ਰੁਪਈਆ ਸਾਡਾ ਲੱਗਾ। ਜਿਹੜਾ ਪਹਿਲੇ ਚਲਾਇਆ ਕੋਈ 60-70 ਘੰਟੇ ਉਹ ਜ਼ਲਾਲਤ 'ਚ ਚਲਾਇਆ ਤੇ ਕੰਮ ਇਹਦੇ ਤੋਂ ਕੋਈ ਲੋਡ ਵਾਲਾ ਨਹੀਂ ਲਿਆ ਨਾ ਇਹਨੇ ਕੀਤਾ। ਅੱਛਾ ਹਾਂਜੀ, ਇਹ ਬਸ ਵਿਹਲਾ ਸੜਕਾਂ ਤੇ ਟੁਰਨ ਵਾਸਤੇ ਹੀ ਜਿਹੜਾ ਤੇ 1.5 ਸਾਲ ਦੇ ਵਿੱਚ ਹੋ ਸਕਦਾ ਹੈ ਕਿ 1 ਮਹੀਨਾ ਸਾਡੇ ਕੋਲ ਰਿਹਾ ਹੋਵੇ। ਜ਼ਿਆਦਾਤਰ ਇਹ ਵਰਕਸ਼ਾਪ ਹੀ ਰਹਿੰਦਾ। ਲਓ ਜੀ ਹੁਣ ਇਕੱਠੇ ਤੋੜੇ ਜੇ ਦੋਵੇਂ 2200 RPM ਜੇ ਦੋਵਾਂ ਦਾ। ਇਹਦੇ ਮਗਰ ਭਾਈ 15 ਫਾਲੇ ਜੇ ਤੇ ਡਿਲੈਕਸ ਦੇ ਮਗਰ ਜੇ 13 ਫਾਲੇ ਤੇ ਚੈੱਕ ਕਰ ਜੋ ਦੋਵਾਂ ਦਾ ਲੱਗ ਚੈੱਕ ਕਰ ਲਓ, ਲੀਵਰ ਚੈੱਕ ਕਰ ਲਓ। ਦੋਸਤੋ ਆਪਣਾ ਚੈਨਲ PK YouTube ਚੈਨਲ 'ਚ ਖੁਸ਼ ਆਮਦੀਦ। ਦੋਸਤੋ ਅੱਜ ਅਸੀਂ ਮੌਜੂਦ ਹਾਂ ਜੀ ਜ਼ਿਲ੍ਹਾ ਕਸੂਰ ਦੇ ਵਿੱਚ। ਸਰਦਾਰ ਜੀ ਸਾਡੇ ਨਾਲ ਮੌਜੂਦ ਨੇ, ਜਾਣੀ ਪਛਾਣੀ ਸ਼ਖਸੀਅਤ ਨੇ। ਅੱਜ ਤੋਂ 2 ਸਾਲ ਪਹਿਲਾਂ ਮੈਂ ਇਹਨਾਂ ਕੋਲ ਆਇਆ ਜੀ। 385 4 ਵੀਲ ਡਰਾਈਵ ਸੀ, ਪੀਲੇ ਕਲਰ ਦੇ ਵਿੱਚ ਇਹਨਾਂ ਨੇ ਤਿਆਰ ਕੀਤਾ ਸੀ ਤੇ ਸਪੈਸ਼ਲ ਕੈਬਨ ਵੀ ਲਾਇਆ ਸੀ। ਬੜੇ ਚਾਵਾਂ ਨਾਲ ਬੜੇ ਸ਼ੌਕ ਨਾਲ 385 ਡਿਲੈਕਸ ਲਿਆ 4x4 ਤੇ ਉੱਤੇ ਸ਼ੌਕ ਨਾਲ ਉੱਤੇ ਪੈਸਾ ਵੀ ਲਾਇਆ, ਕੋਈ 6-7 ਲੱਖ ਰੁਪਈਆ ਵੀ ਉੱਤੇ ਲਾਇਆ। ਕੈਬਨ VIP ਤਿਆਰ ਕਰਵਾ ਕੇ ਤੇ ਅੱਜ ਇਹਨਾਂ ਕੋ ਆਏ ਆ ਤੇ ਅੱਜ ਇਹਨਾਂ ਦੇ ਮੂੰਹ ਹੀ ਲਟਕੇ ਨੇ। ਕਹਿੰਦੇ ਸਾਡੇ ਸ਼ੌਕ ਹੀ ਉਤਰ ਗਏ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂ ਸ਼ੌਕ ਉਤਰੇ ਨੇ, ਕੀ ਮਸਲਾ ਬਣਿਆ ਵਾ ਡਿਲੈਕਸ ਦਾ। ਜਿਵੇਂ ਕਿ ਤੁਹਾਨੂੰ ਪਤਾ ਵਾ ਕਾਫੀ ਜ਼ਿਆਦਾ ਕੰਪਨੀ ਨੇ ਤਬਦੀਲੀਆਂ ਕੀਤੀਆਂ ਸੀ ਇਹਦੇ ਵਿੱਚ। ਵੇਟ ਲਾਏ ਸੀ ਇਹਦੇ ਵਿੱਚ, ਸਪੇਸਰ ਪਾਇਆ ਸੀ, ਪਿੱਛੇ ਜੈਕ ਲਾਏ ਸੀਗੇ ਤੇ ਕਾਫੀ ਤਬਦੀਲੀਆਂ ਤੋਂ ਬਾਅਦ ਕੰਪਨੀ ਨੇ ਸ਼ਾਹਕਾਰ ਤਿਆਰ ਕੀਤਾ ਸੀ। ਤੇ ਸਰਦਾਰ ਜੀ ਉਹਨਾਂ ਨੇ ਤਕਰੀਬਨ 1.5 ਸਾਲ ਹੋ ਗਏ ਇਹਨਾਂ ਟਰੈਕਟਰ ਇਸਤੇਮਾਲ ਕੀਤਾ ਤੇ ਇਹਨਾਂ ਕੋਲ ਪੁੱਛਾਂਗੇ ਕੀ ਮਾਜਰਾ ਬਣਿਆ ਵਾ ਕੀ। ਇਸ ਤੋਂ ਇਲਾਵਾ ਤੁਹਾਡੇ ਨਾਲ 385 4 2024 ਮਾਡਲ ਹੈ, ਉਹ ਵੀ 2024 ਮਾਡਲ ਤੇ ਉਹਦੇ ਇਹਦੇ ਪਿੱਛੇ ਭਾਈ 15 ਹੱਲਾਂ। ਦੂਸਰੇ ਪਿੱਛੇ ਜਿਹੜਾ ਡਿਲੈਕਸ ਜਿਹੜਾ ਉਹਦੇ ਪਿੱਛੇ 13 ਹੱਲਾਂ। ਇਹ ਤੁਹਾਨੂੰ ਚਲਾ ਕੇ ਵੀ ਇੱਥੇ ਚੈੱਕ ਕਰਵਾਵਾਂਗੇ, ਤੁਹਾਨੂੰ ਪਰਫਾਰਮੈਂਸ ਵੀ ਇਹਦੀ ਚੈੱਕ ਕਰਾਵਾਂਗੇ। ਉਸ ਤੋਂ ਬਾਅਦ ਸਰਦਾਰ ਜੀ ਉਹਨਾਂ ਦਾ ਰਿਵਿਊ ਤੁਹਾਡੇ ਨਾਲ ਸ਼ੇਅਰ ਕਰਾਵਾਂਗੇ। ਇਹਨਾਂ ਦਾ ਕੀ ਫੀਡਬੈਕ ਹੈ, 1.5 ਸਾਲ ਦਾ ਦੌਰਾਨੀਆ ਕੈਸਾ ਰਿਹਾ, ਡਿਲੈਕਸ ਇਹਨਾਂ ਨੇ ਕਿਸ ਤਰ੍ਹਾਂ ਦਾ ਪਾਇਆ ਤੇ ਮੁਕੰਮਲ ਡਿਟੇਲ ਹੈ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਵੀਡੀਓ ਦੋਸਤੋ ਐਂਡ ਤੱਕ ਦੇਖਣੀ ਹੈ, ਲਾਈਕ ਸ਼ੇਅਰ ਕਰਨਾ। ਤੁਹਾਨੂੰ ਜੀ ਪਹਿਲਾਂ ਦੇ ਇਹਦੀ ਪਰਫਾਰਮੈਂਸ ਦੋਵਾਂ ਦੀ ਚਲਾ ਕੇ ਚੈੱਕ ਕਰਵਾਵਾਂਗੇ। 2000 RPM ਉੱਤੇ ਇਹਦੇ ਪਿੱਛੇ 15 ਫਾਲੇ ਹੱਲ ਹੈ। 385 ਜਿਹੜਾ ਡਿਲੈਕਸ ਹੈ ਉਹਦੇ ਪਿੱਛੇ 13 ਫਾਲੇ ਹੱਲ। 2000 ਸੈੱਟ ਕਰ ਲਓ। ਦੋ ਦਾ ਅਗਲੇ ਸੈੱਟ ਹੋ ਗਈ। 4x4 ਨਾਲ ਹੈ 4x4 ਲੱਗ ਗਿਆ ਜੀ। ਇੱਧਰ ਵੀ ਡਰਾਈਵਰ ਬਹਿ ਗਿਆ, ਇੱਧਰ ਵੀ ਸੈੱਟ ਕਰਾ ਦਿੰਦੇ। ਲਾ ਲਓ। ਲਓ ਜੀ ਦੋਵੇਂ 2000 RPM ਤੇ ਚਲਾ ਰਹੇ ਆ। ਤੁਹਾਨੂੰ ਦਿਖਾਉਂਦੇ ਆ ਜੀ ਹੁਣ ਇਹਦੇ ਪਾਸੇ। ਇਹ ਜਿਹੜਾ ਜੀ 385 ਸਾਦਾ ਜਿਹੜਾ 4x4 ਇਹਦੇ ਨਾਲ 15 ਫਾਲੇ ਹੱਲ ਹੈ ਤੇ ਦੂਸਰੇ ਨਾਲ ਹੈ ਜੀ 13 ਫਾਲੇ ਡਿਲੈਕਸ ਦੇ ਨਾਲ। ਬੰਦੇ ਆਂਦੇ ਜੀ ਧੂੰ ਬੜਾ ਮਾਰਦਾ ਡਿਲੈਕਸ। ਇੱਥੇ ਹੁਣ ਮੈਨੂੰ ਗੇਅਰ ਨਹੀਂ ਪਤਾ ਲੱਗਾ ਹੁਣ ਕਿਹੜਾ ਲਾਇਆ ਦੋਵਾਂ ਡਰਾਈਵਰਾਂ ਨੇ। ਇਹ ਆਣ ਕੇ ਪੁੱਛਦੇ ਇਹਨਾਂ ਨੂੰ। ਪਹਿਲਾ ਹਾਈ ਲੱਗ ਰਿਹਾ ਮੇਰੇ ਖਿਆਲ 'ਚ। ਆ ਵੇਖੋ ਡਿਲੈਕਸ ਧੂਆਂ ਤੇ ਕੋਈ ਨਹੀਂ ਐਡਾ ਮਾਰਦੇ ਆ, ਉਹ ਪਰਦਾ ਸਗੋਂ ਮਾਰਨ ਡਿਆ। ਲਓ ਜੀ 2200 ਤੇ ਕਰ ਜਾਣਦੇ ਹੋ ਮੋਲੀ ਸਾਹਿਬ। 2200 ਤੇ ਜਾਣ ਦੋ। 2200 RPM ਕਰੋ। 2200 ਦੇ ਕਰਕੇ ਦੋਵੇਂ ਇਕੱਠੇ ਤੋੜੋ। ਇਕੱਠੇ ਤੋੜੋ ਨਾ ਦੋਵੇਂ, ਤੁਸੀਂ ਪਹਿਲਾਂ ਚਲੇ ਗਏ ਹੋ ਤੇ ਪਹਿਲਾਂ ਹਾਈ ਇਹਨਾਂ ਦੋਹਾਂ ਲਾਇਆ ਗੇਅਰ। ਪਹਿਲਾਂ ਹਾਈ ਜੇ 2200 ਕਰ ਲਓ। ਦੋਵੇਂ ਇਕੱਠੇ ਤੋੜਿਓ। ਲਓ ਜੀ ਹੁਣ ਇਕੱਠੇ ਤੋੜੇ ਜੇ ਦੋਵੇਂ 2200 RPM ਜੇ ਦੋਵਾਂ ਦਾ। ਇਹਦੇ ਮਗਰ ਭਾਈ 15 ਫਾਲੇ ਜੇ ਤੇ ਡਿਲੈਕਸ ਦੇ ਮਗਰ ਜੇ 13 ਫਾਲੇ ਤੇ ਚੈੱਕ ਕਰ ਜੋ ਦੋਵਾਂ ਦਾ ਲੱਗ ਚੈੱਕ ਕਰ ਲਓ, ਲੀਵਰ ਚੈੱਕ ਕਰ ਲਓ, ਸੇਮ ਹੀ ਹੈ। ਆਹ ਲਓ ਚੈੱਕ ਕਰੋ। ਇੱਧਰ 15 ਫਾਲੇ ਹੱਲਾਂ ਜੇ ਤੇ ਉਧਰ ਜੇ 13 ਫਾਲੇ। 385 4 ਵੀਲ ਜੇ ਇੱਕ 4x4 ਜੇ ਦੋਵੇਂ ਡਿਲੈਕਸ ਤੇ ਇੱਕ ਜੇ ਸਾਦਾ 4x4।
2200 ਆਰਪੀਐਮ ਤੇ ਭਾਈ ਦੋਵੇਂ ਚੱਲ ਰਹੇ ਨੇ ਇਸ ਟਾਈਮ ਟਰੈਕਟਰ ਚੈੱਕ ਕਰੋ ਇਹਦੇ ਮਗਰ ਜੇ 15 ਉਹਦੇ ਮਗਰ ਜੇ 13 ਖੈਰ ਹੋ ਗਈ ਖੈਰ ਹੋ ਗਈ ਲੈ ਵੀ ਮੌਲਵੀ ਲੈ ਲੋ ਜੀ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਇਹ ਪਰਫਾਰਮੈਂਸ ਦੋਵਾਂ ਦੀ ਚੈੱਕ ਕੀਤੀ ਹੈ ਬਾਕੀ ਹੁਣ ਸਰਦਾਰ ਜੀ ਹੁਣਾਂ ਦਾ ਵੀ ਰਿਵਿਊ ਲੈਂਦੇ ਆ ਕਿ 1.5 ਸਾਲ ਦਾ ਇਹਨਾਂ ਦਾ ਕੈਸਾ ਪਾਇਆ ਜੀ ਇਹਨਾਂ ਨੇ ਡਿਲੈਕਸ ਨੂੰ ਤੇ ਕੀ ਇਹਨਾਂ ਨੂੰ ਮੁਸ਼ਕਲਾਤ ਆਈਆਂ ਨੇ ਕੰਪਨੀ ਨੂੰ ਕੀ ਰਾਏ ਦੇਣਾ ਚਾਹ ਰਹੇ ਨੇ कैसा था चले इन्होंने हम गलबात करते हैं। अस्सलाम वालेकुम जी। वालेकुम अस्सलाम जी। सरदार जी की हाल ठीक ठाक हो? अल्हम्दुलिल्लाह जी भाईजान अल्लाह का एहसान। अच्छा तो फिर अल्लाह ख्याल है कितनी देर होगी ले इनू ट्रैक्टर? इनू भाईजान हो गए 1.5 साल हो गया। 1.5 साल हो गया। तो ये पीले रंग का रंग चेंज करता जी? नहीं वो जी पहले कैबन लवाया सी हाँ ते वो फजूल ही आइटम निकली बिल्कुल ही। अच्छा ਜਿਹੜਾ ਨਾ ਉਹ ਸਰਦੀ ਰੋਕਦਾ ਸੀ ਤੇ ਨਾ ਗਰਮੀ ਜਿਵੇਂ ਹੁੰਦਾ ਸੀ ਜਿਵੇਂ ਬੰਦਾ ਤੰਦੂਰ 'ਚ ਬੈਠਾ ਹੁੰਦਾ ਕੋਈ ਕੂਲਿੰਗ ਸ਼ੂਲਿੰਗ ਕੋਈ ਸੀਨ ਨਹੀਂ ਸੀ ਹੈਗਾ। ਹਾਂ ਤੇ ਕਦੇ ਕੰਪਰੈਸਰ ਖਰਾਬ ਤੇ ਕਦੇ ਕੁਝ ਖਰਾਬ। ਅੱਛਾ ਉਹ ਜਾਨ ਛਡਾਈ ਲਾ ਤੇ ਉਹ ਅੰਦਰ ਰੱਖਿਆ ਪਿਆ ਡੇਰੇ 'ਚ। ਹੁਣ ਵਾਹ ਲੱਗਦੀ? ਹਾਂਜੀ ਹੁਣ ਵਾਹ ਲੱਗਦੀ। ਇਹਦੇ ਕੱਪੜੇ ਟੋਟਲ ਜੈਨੂਨ ਲਾ ਜਿਹੜੇ ਪਏ ਸੀ ਉਹ ਲਾਤੇ ਨੇ ਤੇ ਜੈਨੂਨ ਪਾਤੇ ਨੇ। ਆ ਤੇ ਛੱਤ ਉੱਤੇ ਲਵਾਤੀ ਭਾਈ ਰਿਆਜ਼ ਦੀ। ਛੱਤ ਭਾਈ ਰਿਆਜ਼ ਨੇ ਖਲਾਈ ਹੈ ਤੇ ਉਹ ਜੜਤੀ ਅੱਲਾ ਦਾ ਨਾਮ ਲੈ ਤੇ। ਲਓ ਜੀ 25 ਮਾਡਲ ਛਤਰੀ ਆ ਬਾਰਡਰ ਤੇ ਵੀ ਪਹੁੰਚ ਗਈ ਜੇ। ਹਾਂਜੀ ਮੈਂ ਤੇ ਅੱਜ ਕੱਲ ਜਿੱਥੇ ਵੇਖਣੇ ਛੱਤਾਂ ਦੇ ਟਰੈਕਟਰ ਲੱਗਣੇ ਜਿਵੇਂ ਲੱਗਦਾ ਕੰਪਨੀ ਲਾ ਦੇ ਰਹੀ। ਮਾਸ਼ਾਅੱਲਾ ਬੜੀ ਫਿਟਿੰਗ ਕਰਦਾ ਹੈ। ਅੱਲਾ ਇਹਦੀ ਜ਼ਿੰਦਗੀ 'ਚ इजाफा करे। बहुत अच्छा बंदा है वैसे भी अखलाक दा बहुत अच्छे अखलाक दा मालक है नाले अपना वैसे वीर है। लोकां नूं पैसिਆਂ ਨਾਲ ਸ਼ੈ ਆਉਂਦੀ ਤੇ ਅਸੀਂ ਇਥੋਂ ਕਾਲ ਕਰ ਦਈਏ ਤੇ ਅੱਲਾ ਦੇ ਹੁਕਮ ਨਾਲ ਬੰਦਾ ਬਾਰਡਰ ਤੇ ਪਹੁੰਚ ਜਾਂਦੀ ਹੈ। ਹਾਂ ਬਾਰਡਰ ਤੇ ਪਹੁੰਚ ਜਾਂਦੀ ਤੇ ਕਿਰਾਏ ਤੱਕ ਨਹੀਂ ਲੈਂਦਾ। ਆ ਵੇਖੋ ਜੀ ਇੱਥੇ ਆ 2 ਸਾਲ ਪੁਰਾਣੀ ਆ ਜਿਹੜਾ ਮਾਡਲ ਆ ਉਹ ਵੀ ਇੱਥੇ ਲੱਗਾ ਹੈ। ਆ 25 ਮਾਡਲ ਆ ਜਿਹੜਾ ਹੁਣ ਨਾਲ ਜਿਹੜੀ ਦੀ ਕਾਲ ਕਰਨੀ ਉਹ ਰਿਆਜ਼ ਭਾਈ ਨੇ ਖਲਾ ਦੇਣੀ। ਅੱਛਾ ਫਿਰ ਹੁਣ ਕੈਬਨ ਲਾ ਕੇ ਹੁਣ ਛੱਤ ਲਵਾ ਲਈ ਭਾਈ ਰਿਆਜ਼ ਦੀ। ਕੈਬਨ ਲਾ ਤੇ ਡੇਰੇ 'ਚ ਰੱਖਤਾ ਹਾਂ ਤੇ ਛੱਤ ਰਿਆਜ਼ ਨੇ ਖਲਾਤੀ ਕਿਉਂਕਿ ਕੈਬਨ 'ਚ ਬਿਲਕੁਲ ਟਰੈਕਟਰ ਚੱਲਦਾ ਹੀ ਨਹੀਂ ਸੀ। ਅੱਛਾ ਅੱਛਾ ਹਾਂਜੀ ਨਾ ਉਹ ਕੂਲਿੰਗ ਕਰਦਾ ਸੀ ਤੇ ਨਾ ਹੀ ਉਹ ਗਰਦੋ ਗੁਬਾਰ ਰੋਕਦਾ ਸੀ। ਘੱਟਾ ਡਸਟ ਹਰ ਸ਼ੈ ਵਿੱਚ ਆ ਰਹੀ ਸੀ। ਅੱਛਾ ਹੁਣ ਅਸੀਂ ਆਉਂਦੇ ਮੇਨ ਮੁੱਦੇ ਤੇ ਟਰੈਕਟਰ ਬਾਰੇ ਸਾਨੂੰ ਦੱਸੋ ਜੀ ਕਿਸ ਤਰ੍ਹਾਂ ਪਾਇਆ ਇਹਨੂੰ ਕੀ ਇਹਦੇ ਬਾਰੇ ਹਵਾਲ? ਭਾਈ ਜਾਨ ਟਰੈਕਟਰ ਡਿਲੈਕਸ ਲਿਆ ਹੈ ਤੇ ਮੈਂ ਤਾਂ ਹਰ ਇੱਕ ਭਰਾ ਨੂੰ ਇਹ ਮਸ਼ਵਰਾ ਦਿਆਂਗਾ ਆਜੋ ਨੇੜੇ ਵੀ ਅਸੀਂ ਤਾਂ ਫਸ ਗਏ ਤੇ ਤੁਸੀਂ ਨਾ ਫਸਿਆ ਜੇ। ਅੱਛਾ ਜੀ ਬਿਲਕੁਲ ਫਜ਼ੂਲ ਆਈਟਮ ਹੈ। ਮੈਨੂੰ ਸਮਝ ਨਹੀਂ ਆਉਂਦੀ ਵੀ ਕੰਪਨੀ 8 ਲੱਖ ਰੁਪਈਆ ਕਾਹਦਾ ਵੱਧ ਲੈ ਰਹੀ ਦੂਸਰੇ ਐਸ ਦੀ ਨਿਸਬਤ। ਅੱਛਾ ਇਹ ਅੱਜ ਵੀ ਟਰੈਕਟਰ ਇਹਦੇ ਨਾਲ ਡਿਲੈਕਸ ਨਾਲੋਂ ਜ਼ਿਆਦਾ ਹੈ। ਸਾਦਾ ਜਿਹੜਾ ਸਾਦਾ 4x4 ਹੈ ਜਾਂ ਸਾਦਾ 85 ਮਤਲਬ ਕਿ ਡਿਲੈਕਸ ਜਿਹੜਾ ਉਹ ਬਿਲਕੁਲ ਹੀ ਫਲਾਪ ਆਈਟਮ। ਕਿਹੜੇ ਕੰਮਾਂ ਦੇ ਵਿੱਚ ਤੁਸੀਂ ਸਮਝਦੇ ਹੋ ਵੀ ਇਹ ਫਲਾਪ ਹੋਇਆ? ਭਾਈ ਜੀ ਪਹਿਲੇ ਹੱਥੋਂ ਤਾਂ ਇੰਜਨ ਦੇ ਹੱਥੋਂ ਫਲਾਪ ਹੋਇਆ। ਇੰਜਨ ਤੋਂ ਅਸੀਂ ਇਹਦਾ ਟੋਟਲ ਇੰਜਨ ਚੇਂਜ ਕੀਤਾ 5,30,000 ਰੁਪਈਆ ਸਾਡਾ ਲੱਗਾ। ਅੱਛਾ ਹਾਂਜੀ ਪਹਿਲਾਂ ਅਸੀਂ ਇਹ ਗੱਲ ਮੁਕਾ ਲਈਏ ਕਿ ਇੰਜਨ ਤੁਸੀਂ ਕੀ ਸਮਝਦੇ ਹੋ ਇਹਦਾ ਅਲੱਗ ਹੈ ਉਹਦੇ ਨਾਲ ਸਾਦੇ ਨਾਲ? ਨਹੀਂ ਇੰਜਨ ਸੇਮ ਹੀ ਹੈ ਬਹਰਾਲ ਇਹ ਕਮਜ਼ੋਰ ਇੰਜਨ। ਮੈਂ ਤੇ ਕਿਵੇਂ ਕਮਜ਼ੋਰ ਹੋਇਆ? ਪੁਰਜ਼ੇ ਸਾਰੇ ਕੰਪਨੀ ਦਾ ਕਹਿਣਾ ਸੀ ਉਹ ਹੀ ਪਾ ਰਹੇ ਆ ਬਹਰਾਲ ਪੁਰਜ਼ੇ ਉਹ ਪਾ ਰਹੇ ਨੇ। ਇਹ ਮੇਰੇ ਖਿਆਲ 'ਚ ਤੇਰੀ ਫਿਟਿੰਗ ਹੀ ਨਹੀਂ ਸਹੀ ਹੋਈ। ਅੱਛਾ ਜਿਹੜੀ ਅਸਲ ਜੈਨੂਨ ਗੱਲ ਹੈ 0 ਮੀਟਰ ਟਰੈਕਟਰ ਧੂੰ ਮਾਰੀ ਜਾਂਦਾ ਗਰਮ ਹੋਇਆ ਜਾਂਦਾ ਜ਼ੋਰ ਨਹੀਂ ਲਾਉਂਦਾ ਬਿਲਕੁਲ ਹੀ। ਅੱਛਾ ਤੇ ਜੇ ਅਗਰ ਪੁਰਜ਼ੇ ਉਹ ਨੇ ਸੇਮ ਟੂ ਸੇਮ ਦੂਸਰੇ ਵਾਲੇ ਨੇ ਤੇ ਫਿਰ ਡੈਫੀਨੇਟਲੀ ਉਹ ਫਿੱਟ ਹੀ ਨਹੀਂ। ਟੋਰਾ ਵੀ ਦੂਸਰੇ 85 ਨਾਲੋਂ ਇਹਦਾ ਜ਼ਿਆਦਾ ਸ਼ਾਇਦ ਟੋਰੇ ਦੀ ਵਜ੍ਹਾ ਤੋਂ ਇਹ ਉਨੀ ਖਿਚਾਈ ਨਹੀਂ ਕਰਦਾ। ਹੱਲਾ ਨਹੀਂ ਉਨੀਆਂ ਖਿੱਚਦਾ। ਅੱਛਾ ਹੱਲਾ ਨਹੀਂ ਖਿੱਚਦਾ ਹੋਰ ਦੂਜਾ ਤੇ ਗਰਮ ਹੋ ਜਾਂਦਾ? ਹਾਂਜੀ ਗਰਮ ਹੋ ਜਾਂਦਾ ਫੁੱਲ। ਅੱਛਾ ਫੁੱਲ ਬਟਾ ਫੁੱਲ ਗਰਮ ਹੋ ਜਾਂਦਾ। ਹੀਟ ਦੀ ਸੂਈ ਫੁੱਲ ਚੁੱਕ ਦਿੰਦਾ? ਹਾਂਜੀ ਲਾਲ ਨਿਸ਼ਾਨ ਤੇ ਲੈ ਜਾਂਦਾ। ਆਪ ਸਲੋ ਕਰਨਾ ਪੈਂਦਾ ਮੱਠਾ ਸਾਹ ਦਵਾਉਣਾ ਪੈਂਦਾ ਟਰੈਕਟਰ ਹੀਟ ਅਪ ਨਾ ਹੋ ਜਾਏ। ਅੱਛਾ ਤੇ ਤੁਸੀਂ ਧੂਣੇ ਦਾ ਪੰਪ ਵੀ ਚੇਂਜ ਕਰ ਦਿੱਤਾ? ਹਾਂਜੀ ਅਸੀਂ ਇਹਦਾ ਪੰਪ ਵੀ ਚੇਂਜ ਕੀਤਾ ਹੈ। ਅਸੀਂ ਇਹਦਾ ਇੰਜਨ ਵੀ ਚੇਂਜ ਕੀਤਾ ਹੈ। ਅੱਛਾ ਇੰਜਨ ਵੀ ਚੇਂਜ ਕੀਤਾ? ਹਾਂਜੀ ਇੰਜਨ ਵੀ ਚੇਂਜ ਕੀਤਾ ਹੈ ਪੰਪ ਵੀ ਕੀਤਾ ਹੈ। ਹੋਰ ਇਹਦੇ ਆ ਬੈਕ ਵੇਟ ਜਿਹੜੇ ਲੱਗੇ ਸੀ ਉਹ ਵੀ ਬੇਫਜ਼ੂਲ ਨੇ। ਉਹਨਾਂ ਦਾ ਕੋਈ ਮਤਲਬ ਨਹੀਂ ਸਮਝ ਆਉਂਦੀ ਵੀ ਉਹ ਕਿਸ ਮਕਸਦ ਲਈ ਕੰਪਨੀ ਨੇ ਲਾਇਆ। ਅੱਛਾ ਵੇਟ ਵੀ ਲਾ ਦਿੱਤੇ ਨੇ ਇੰਜਨ ਵੀ ਤੁਹਾਨੂੰ ਚੇਂਜ ਕੀਤਾ ਹੈ ਆਪਣੇ ਤੌਰ ਤੇ ਕੀਤਾ ਕੰਪਨੀ ਕੋ ਕਰਵਾਇਆ? ਨਹੀਂ ਆਪਣੇ ਤੌਰ ਤੇ। ਅੱਛਾ ਤੇ ਇਹ ਫਿਰ ਇੰਜਨ ਆਪ ਹੀ ਖਲਵਾਇਆ ਸੀ? ਹਾਂਜੀ ਆਪ ਖਲਾਇਆ। ਤੇ ਇੰਜਨ 'ਚ ਕੀ ਚੇਂਜ ਕੀਤਾ ਜੀ? ਮੁਕੰਮਲ ਇੰਜਨ ਸੋਏ ਬਲਾਕ ਤੋਂ ਹਰ ਸ਼ੈ ਚੇਂਜ ਕਰਤੀ। ਅੱਛਾ ਹਰ ਸ਼ੈ ਚੇਂਜ ਕਰਤੀ? ਹਰ ਸ਼ੈ ਚੇਂਜ ਕਰਤੀ। ਤੇ ਚੱਲਿਆ ਕਿੰਨਾ ਜੇ ਟਰੈਕਟਰ? 200 ਘੰਟਾ। ਤੇ ਕਦੋਂ ਦਾ ਇੰਜਨ ਚੇਂਜ ਕੀਤਾ? ਇਹਨੂੰ ਤਕਰੀਬਨ ਹੋ ਗਏ ਨੇ ਕੋਈ 2 ਮਹੀਨੇ ਹੋ ਗਏ ਨੇ। ਯਾਨੀ ਕਿ 150 ਘੰਟੇ ਤੁਸੀਂ ਇੰਜਨ ਚੇਂਜ ਕਰਤਾ? ਹਾਂਜੀ ਕਰਤਾ ਸੀ। ਜਿਹੜੇ ਪਹਿਲੇ ਅਸੀਂ ਚਲਾਏ ਨੇ ਜਿਹੜਾ ਪਹਿਲੇ ਚਲਾਇਆ ਕੋਈ 60-70 ਘੰਟੇ ਉਹ ਜ਼ਲਾਲਤ 'ਚ ਚਲਾਇਆ ਤੇ ਕੰਮ ਇਹਦੇ ਤੋਂ ਕੋਈ ਲੋਡ ਵਾਲਾ ਨਹੀਂ ਲਿਆ ਨਾ ਇਹਨੇ ਕੀਤਾ। ਅੱਛਾ ਹਾਂਜੀ ਇਹ ਬਸ ਵਿਹਲਾ ਸੜਕਾਂ ਤੇ ਟੁਰਨ ਵਾਸਤੇ ਜਿਹੜਾ ਤੁਰਿਆ ਉਹ ਹੀ ਇਹਨੇ ਘੰਟੇ ਖਾਦੇ ਜ਼ਮੀਨ 'ਚ ਫੀਲਡ 'ਚ ਗਿਆ ਹੀ ਨਹੀਂ। ਅੱਛਾ ਜੇ ਪਾ ਪਈ ਦੀ ਕੋਈ ਸ਼ਾਇਦ ਲੋਡ ਮਾਰੀ ਜਾਂਦਾ ਸੀ ਧੂੰ ਮਾਰੀ ਜਾਂਦਾ ਸੀ ਗਰਮ ਹੋਇਆ ਜਾਂਦਾ ਸੀ। ਹਾਂ ਬਿਲਕੁਲ 135 ਨਾਲੋਂ ਵੀ ਇਹਦੀ ਖਿਚਾਈ ਘੱਟ ਸੀ। ਅੱਛਾ ਹਾਂਜੀ
ਅੱਛਾ ਤੇ ਹੁਣ ਪੰਪ ਪੰਪ ਚੇਂਜ ਕੀਤਾ, ਥੋੜਾ ਜਿਹਾ ਫਰਕ ਪਿਆ? ਹਾਂਜੀ ਹੁਣ ਮਾਸ਼ਾਅੱਲਾ ਬੜਾ ਫਰਕ ਪੈ ਗਿਆ, ਇੰਜਨ ਚੇਂਜ ਕੀਤਾ, ਪੰਪ ਚੇਂਜ ਕੀਤਾ, ਵੇਟ ਲਾਏ ਨੇ ਤੁਸੀਂ? ਹਾਂਜੀ ਵੇਟ ਲਾਏ ਨੇ। ਅੱਛਾ ਤੇ ਕੰਪਨੀ ਨੂੰ ਕੀ ਮਸ਼ਵਰਾ ਦੇ ਰਹੇ ਹੋ? ਕੰਪਨੀ ਨੂੰ ਮੈਂ ਇਹੀ ਮਸ਼ਵਰਾ ਦਿਆਂਦਾ ਕਿ ਇਹ ਬਿਲਕੁਲ ਡਿਲਕਸ ਜਿਹੜੀ ਫਲਾਪ ਐਟਮ ਹੈ ਇਹਦੇ ਨਾਲੋਂ ਇਸ ਚੀਜ਼ ਨੂੰ ਤਰਜੀਹ ਦੇਣ, ਇਹਦੇ 'ਚ ਬਿਹਤਰ ਕਰਨ, ਨਾ ਕਿ ਵੇਟ ਦੇ ਦੇਣੇ, ਟੋਰਾ ਜ਼ਿਆਦਾ ਕਰ ਦੇਣਾ, ਸਲੈਂਸਰ ਵੱਡਾ ਲਾ ਦੇਣਾ। ਇਹ ਬਿਲਕੁਲ ਫਜ਼ੂਲ ਐਟਮਾਂ ਨੇ, ਇਹਨਾਂ ਦਾ ਕੋਈ ਮਤਲਬ ਨਹੀਂ। ਜ਼ਿਮੀਂਦਾਰਾਂ ਨੂੰ ਇਹਨਾਂ ਨਾਲ ਕੁਝ ਨਹੀਂ ਹੈਗਾ। ਅੱਛਾ ਜ਼ਿਮੀਂਦਾਰ ਨੂੰ ਬਿਹਤਰ ਚਾਹੀਦੀ ਚੀਜ਼, ਇਹਦੀ ਪਰਫਾਰਮੈਂਸ ਜਿਹਦੇ 'ਚ ਇੰਜਨ ਚੰਗਾ ਹੈ, ਖਚਾਈ ਚੰਗੀ ਕਰੇ, ਪੈਲੀ ਚੰਗੀ ਪੱਟੇ, ਲੋਡ ਚੰਗਾ ਖਿੱਚੇ, ਧੂੰਆਂ ਨਾ ਮਾਰੇ, ਪੰਪ ਟਾਇਟ ਹੋਵੇ, ਨਾ ਕਿ ਰੋਜ਼ ਦਾ ਵਰਕਸ਼ਾਪ ਦਾ ਮੂੰਹ ਵੇਖੇ। ਸਾਡਾ ਟਰੈਕਟਰ ਤੇ 1.5 ਸਾਲ ਦੇ ਵਿੱਚ ਹੋ ਸਕਦਾ ਹੈ ਕਿ 1 ਮਹੀਨਾ ਸਾਡੇ ਕੋਲ ਰਿਹਾ ਹੋਵੇ, ਜ਼ਿਆਦਾਤਰ ਇਹ ਵਰਕਸ਼ਾਪ ਹੀ ਰਹਿੰਦਾ। ਅੱਛਾ ਬਹੁਤੀ ਦੇਰ ਵਰਕਸ਼ਾਪ ਹੀ ਰਿਹਾ? ਬਹੁਤੀ ਦੇਰ ਇਹ ਵਰਕਸ਼ਾਪ 'ਚ ਹੀ ਰਿਹਾ। ਅਸੀਂ ਹੱਥ ਬੰਨ ਕੇ ਲਿਆਣੇ ਵੀ ਆ ਜਾ ਚੱਲੀਏ ਫੀਲਡ 'ਚ। ਅੱਛਾ ਇਹ ਆਂਦਾ ਮੈਂ ਨਹੀਂ ਜਾਣਾ ਪੈਲੀ। ਲਓ ਜੀ ਜੋ ਵੀ ਸੂਰਤ ਹਾਲ ਹੈ ਤੁਹਾਡੇ ਸਾਹਮਣੇ ਜੇ, ਤੇ ਸਾਡਾ ਤੇ ਕੰਮ ਹੈ ਜੋ ਵੀ ਤੁਹਾਨੂੰ ਆਗਾਹੀ ਦੇਣੀ, ਜੋ ਵੀ ਜ਼ਿਮੀਂਦਾਰਾਂ ਦੀ ਫੀਡਬੈਕ ਰਾਏ ਹੁੰਦੀ ਹੈ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਤੇ ਡਿਲਕਸ ਬਾਰੇ ਭਾਈ ਹੁਣ ਆਂਦਾ, ਤੇ ਫਿਰ ਤੁਹਾਡੇ ਵੱਲੋਂ ਫਿਰ 10 ਚੋਂ ਕਿੰਨੇ ਨੰਬਰ ਨੇ ਡਿਲਕਸ ਨੂੰ? ਸਾਡੇ 'ਚ 0 ਮੈਂ ਕੋਈ ਨੰਬਰ ਵੀ ਨਹੀਂ ਇਹਨੂੰ ਦਿਆਂਗਾ। 10 ਤੋਂ 0? ਹਾਂਜੀ ਤੇ 0, ਕਿਉਂਕਿ ਮੈਨੂੰ ਪਤਾ ਹੈ ਕਿਸੇ ਕੰਮ ਨਹੀਂ। ਮੈਨੂੰ ਸਮਝ ਨਹੀਂ ਆਉਂਦੀ ਵੀ ਕੰਪਨੀ 8 ਲੱਖ ਰੁਪਈਆ ਲੈ ਕੇ ਇਸ ਚੀਜ਼ ਦਾ ਰਹੀ। ਮੈਂ ਤਾਂ ਉਸ ਫੈਸਲੇ ਨੂੰ ਪਛਤਾਣਾ ਜਦੋਂ ਮੈਨੂੰ ਇਸ ਡਿਲਕਸ ਤੇ ਮੇਰਾ ਇੱਕ ਭਰਾ ਹੀ, ਮੈਨੂੰ ਦਾ ਨਾਂ ਨਹੀਂ ਲੈਣਾ, ਜਿਹਨੇ ਮਸ਼ਵਰਾ ਦਿੱਤਾ ਸੀ ਕਿ ਡਿਲਕਸ ਆ ਗਿਆ ਉਹ ਲਵੋ। ਅੱਛਾ ਉਹ ਤੁਹਾਨੂੰ ਰਾਤ ਵੀ ਖਾਬਾ ਚਾਹੁੰਦਾ? ਹਾਂਜੀ ਉਹ ਆਂਦਾ। ਬਾਕੀ ਇਹ ਦੱਸੋ ਤੂੰ ਕਿੰਨੇ ਦੇ ਲਿਆ ਸੀ ਇਹ ਲਿਆ ਸੀ 48-75 ਦਾ। ਹੁਣ ਤੇ ਭਾਈ 56 ਲੱਖ ਰੁਪਏ ਦਾ ਇਹ ਨਵੀਂ ਕੀਮਤ ਹੋ ਗਈ ਜੀ ਇਹਦੀ। ਤੇ ਪਰਫਾਰਮੈਂਸ ਜਿਹੜੀ ਹੈ ਉਹ ਤੁਸੀਂ ਜ਼ਿਮੀਂਦਾਰ ਕੋਲ ਸੁਣ ਹੀ ਲਈ, ਇਹ ਪੁੱਛ ਹੀ ਲਿਆ ਕੀ ਸੂਰਤ ਹਾਲ ਹੈ ਇਹਦੀ। ਬਾਕੀ ਇਹਦੇ ਪਿੱਛੇ ਹੁਣ ਹੱਲਾਂ ਹੁੱਲਾਂ ਵੀ ਪਾ ਕੇ ਚੈੱਕ ਕੀਤੇ। ਹੁਣ ਸਰਦਾਰ ਜੀ ਕਿੰਨੇ ਕੁ ਪੈਸੇ ਹੁਣ ਲਾਤੇ, ਕਿੰਨੀ ਦਫਾ ਇਹਦਾ ਇੰਜਨ ਕਰਵਾ ਲਿਆ? ਇਹ ਜਨਾਬ ਇਹਦਾ ਪੰਪ ਜਿਹੜਾ ਇਸ ਟਾਈਮ 1.5 ਲੱਖ ਦਾ ਪੰਪ ਮਿਲ ਜਾਂਦਾ। ਉਹ ਕਿੱਥੋਂ ਲਿਆ ਜੇ ਪੰਪ? ਇਹ ਸਰਗੋਧਿਓਂ ਮੰਗਵਾਇਆ ਸੀ। ਅੱਛਾ ਜੀ। ਹਾਂਜੀ ਤੇ 1.5 ਲੱਖ ਦਾ ਪੰਪ ਹੈ ਤੇ 5,30,000 ਰੁਪਈਆ ਮੈਂ ਇੰਜਨ ਤੇ ਲਾਇਆ। ਅੱਛਾ 5,30,000 ਇੰਜਨ ਤੇ ਲਾਇਆ? ਹਾਂਜੀ 5,30,000 ਅੱਲਾ ਦੇ ਹੁਕਮ ਨਾਲ ਇੰਜਨ ਤੇ ਲਾਇਆ। ਇੱਕ ਰੈਂਕ ਰੂੰਕ ਵੀ ਚੇਂਜ ਕੀਤੀ? ਹਾਂਜੀ ਮੁਕੰਮਲ ਮਿਲਰ ਦਾ ਸਮਾਨ ਕੱਢਦਾ ਸੀ। ਤੇ ਕਿਹਦਾ ਪਾਇਆ ਜੀ ਹੁਣ? ਇਹ ਪਰਕਨ ਦਾ। ਪਰਕਨ ਤੁਹਾਨੂੰ ਕਿੱਥੋਂ ਮਿਲ ਗਿਆ? ਇਹ ਸਰਗੋਧਿਓਂ। ਅੱਛਾ ਸੈਕਿੰਡ ਹੈਂਡ ਹੀ ਫਿਰ ਮਿਲੇ? ਹਾਂਜੀ ਯੂਜ਼ ਸੀ, ਥੋੜੀਆਂ ਬਹੁਤ ਚੀਜ਼ਾਂ ਯਾਨੀ ਕਿ ਯੂਜ਼ ਹੋਈਆਂ ਸੀ, ਨਵੀਆਂ ਮੋੜੀਆਂ। ਅੱਛਾ ਤੁਹਾਨੂੰ ਹੁਣ ਫਰਕ ਨਜ਼ਰ ਆਇਆ ਵਾ ਪਹਿਲੇ ਨਾਲੋਂ? ਹਾਂ ਹੁਣ ਅਸੀਂ ਚਲਾ ਕੇ ਵੀ ਚੈੱਕ ਕੀਤਾ, ਇਹਦੇ ਨਾਲ ਅਸੀਂ ਤਕਰੀਬਨ ਇਹਨੂੰ ਅਸੀਂ 19-20 ਦਾ ਫਰਕ ਇਹਨੂੰ ਕਹਾਂਗੇ। ਹਾਂਜੀ ਤਕਰੀਬਨ ਸੇਮ ਹੀ ਹੱਲਾਂ ਨੂੰਆਂ ਖਿੱਚੀਆਂ ਤੇ ਧੂਆਂ ਵੀ ਐਡਾ ਕੋਈ ਨਹੀਂ ਮਾਰਿਆ, ਸਗੋਂ ਇਹ ਮਾਰਦਾ ਪਿਆ ਸੀ। ਇਹਦੇ ਪਿੱਛੇ 15 ਫਾਲੇ, ਇਹਦੇ ਪਿੱਛੇ 13 ਫਾਲੇ। ਹਾਂਜੀ 13। ਤੇ ਹੁਣ ਕਾਫੀ ਹੱਦ ਤੱਕ ਤੁਸੀਂ ਬਿਹਤਰ ਸਮਝਦੇ ਹੋ ਜੋ ਵੀ ਇੱਥੇ ਪੈਸਾ ਤੇ ਤੁਸੀਂ ਲਾ ਲਿਆ। ਦੇਸੀ ਸਾਡੀ ਪਿੰਡਾਂ ਵਾਲਿਆਂ ਦੀ ਮਿਸਾਲ ਹੈ ਵੀ ਅਸੀਂ ਨੂੰ ਫੜਕਣ ਕਿਹਾ, ਅਸੀਂ ਤਾਂ ਹੁਣ ਫਸੇ ਹਾਂ। ਤੇ ਮੈਂ ਤਾਂ ਇਹ ਵੀਡੀਓ ਦੀ ਰਾਹੀਂ ਇਹ ਭੈਣ ਭਰਾ ਕਿਸੇ ਨੂੰ ਮਸ਼ਵਰਾ ਦਿਆਂ ਦਾ ਭਰਾਵਾਂ ਨੂੰ ਵੀ ਇਹਦੇ ਤੇ ਨਾ ਫਸਿਆ ਜੀ, ਡਿਲਕਸ ਨਾ ਲਿਆ ਜੀ। ਠੀਕ ਭਾਵੇਂ ਤੁਹਾਨੂੰ ਦੂਜੇ ਨਾਲੋਂ ਕੋਈ 4 ਲੱਖ ਘੱਟ ਵੀ ਕਿਉਂ ਨਾ ਖੁਦੇ। ਹਾਂ ਸਾਦਾ 4x4 ਜਾਂ ਸਾਦਾ 85 ਮੈਂ ਤਾਂ ਉਹਨੂੰ ਤਰਜੀਹ ਦਿਆਂਗਾ। ਇਹ ਤਾਂ ਬਿਲਕੁਲ ਜਿਹੜਾ ਹੈ ਨਾ, ਅਸੀਂ ਤਾਂ ਚਲੋ ਮੈਂ ਤਾਂ ਫਸ ਗਿਆ, ਕੋਈ ਹੋਰ ਨਾ ਭਰਾ ਫਸੇ। ਹਾਂ ਕਿਉਂਕਿ ਵੇਖੋ ਨਾ ਇਸ ਟਾਈਮ ਇਹਦੀ ਕੁਛ 55-57 ਲੱਖ ਕੀਮਤ ਹੈ। ਇਹਨੇ ਪੈਸੇ ਭਰਤੇ ਵੀ ਰੋਜ਼ ਵਰਕਸ਼ਾਪ ਤੇ ਰਹਿਣਾ। ਇੱਥੇ ਸਾਡੇ ਕੋਲ ਥੋੜੇ ਦਿਨ ਹੋ ਗਏ ਨੇ, ਮੇਰੇ ਠੇਕੇਦਾਰ ਸੀ ਉਹਨਾਂ ਦਾ 2 ਹਿੱਸੇ ਟਰੈਕਟਰ ਹੋਇਆ। ਅੱਛਾ ਡਿਲਕਸ ਸੀ? ਹਾਂਜੀ ਡਿਲਕਸ ਸੀ। ਅੱਛਾ ਉਹ ਸਾਦਾ ਹੀ? ਸਾਦਾ। ਉਹ ਸਪੇਸਰ ਤੇ ਟੁੱਟ ਰਹੇ ਨੇ, ਆਮ ਹੈ ਇਹ ਤੇ ਗੱਲ ਆਮ ਹੈ ਨਾ, ਸਪੇਸਰ ਟੁੱਟ ਰਹੇ ਨੇ। ਬਾਕੀ ਹੁਣ ਜਿਹੜੀ ਹੈ ਸੂਰਤ ਹਾਲ ਹੈ ਡਿਲਕਸ ਬਾਰੇ ਤੁਹਾਨੂੰ ਰਾਏ ਦੋਸਤੋ ਦੇ ਦਿੱਤੀ ਹੈ। ਤੇ ਵੀਡੀਓ ਅੱਜ ਦੀ ਅੱਛੀ ਲੱਗੀ ਲਾਈਕ ਸ਼ੇਅਰ ਕਰ ਦੇਣੀ ਹੈ।